ਮੇਰੇ ਦੋਸਤ ਦੀ ਘਰਵਾਲੀ ਮੈਥੋਂ ਛੁਪਦੀ ਰਹਿੰਦੀ ਸੀ, ਪਰ ਫਿਰ ਵੀ ਮੇਰੇ ਦੋਸਤ ਮੈਨੂੰ ਖਾਣੇ ਲਈ ਆਪਣੇ ਘਰ ਲੈ ਜਾਂਦਾ ਸੀ। ਇੱਕ ਦਿਨ ਮੇਰਾ ਦੋਸਤ ਆਪਣੀ ਪਤਨੀ ਲਈ ਇੱਕ ਸੁੰਦਰ ਪਾਇਲ ਲੈ ਗਿਆ। ਜਦੋਂ ਮੈਂ ਘਰ ਵਾਪਸ ਆਇਆ ਤਾਂ ਆਪਣੀ ਪਤਨੀ ਦੇ ਪੈਰਾਂ ਵਿੱਚ ਉਹੀ ਪਾਇਲ ਦੇਖ ਕੇ ਮੈਂ ਹੈਰਾਨ ਰਹਿ ਗਿਆ। ਜਦੋਂ ਮੈਨੂੰ ਕਿਸੇ ਗੱਲ ਤੇ ਸ਼ੱਕ ਹੋਇਆ ਤਾਂ ਮੈਂ ਅਗਲੇ ਦਿਨ ਬਿਨਾਂ ਦੱਸੇ ਆਪਣੇ ਦੋਸਤ ਦੇ ਘਰ ਚਲਾ ਗਿਆ। ਜਦੋਂ ਮੈਂ ਉਸਦੇ ਘਰ ਅੰਦਰ ਪੈਰ ਰੱਖਿਆ ਤਾਂ ਮੇਰੀ ਜਾਨ ਚਲੀ ਗਈ, ਕਿਉਂਕਿ ਉੱਥੇ ਅੱਜ ਫਿਰ ਮੇਰਾ ਦੋਸਤ ਮੇਰੇ ਸਿਰ ਤੇ ਖੜਾ ਮੈਨੂੰ ਆਪਣੇ ਨਾਲ ਘਰ ਜਾਣ ਲਈ ਕਹਿ ਰਿਹਾ ਸੀ, ਤੇਰੀ ਭਰਜਾਈ ਨੇ ਬਿਰਿਆਨੀ ਬਣਾਈ ਹੈ। ਮੈਂ ਸਾਫ਼ ਇਨਕਾਰ ਕਰ ਦਿੱਤਾ, ਕਿਉਂਕਿ ਮੈਨੂੰ ਹਰ ਰੋਜ਼ ਸ਼ਾਮ ਦੇ ਘਰ ਜਾਣਾ ਪਸੰਦ ਨਹੀਂ ਸੀ। ਉਸ ਦੀ ਪਤਨੀ ਮੇਰੇ ਤੋਂ ਲੁਕ ਕੇ ਰਹਿੰਦੀ ਸੀ ਅਤੇ ਮੈਨੂੰ ਅਹਿਸਾਸ ਹੁੰਦਾ ਸੀ ਕਿ ਮੇਰੇ ਕਾਰਨ ਉਸ ਦੀ ਪਤਨੀ ਪਰੇਸ਼ਾਨ ਹੋ ਜਾਂਦੀ ਹੈ, ਪਰ ਪਤਾ ਨਹੀਂ ਕਿਉਂ ਸ਼ਾਮ ਨੂੰ ਇਹ ਸਭ ਕੁਝ ਨਹੀਂ ਦਿਖਦਾ ਸੀ। ਹਫ਼ਤੇ ਵਿੱਚ 2-3 ਵਾਰ ਉਹ ਮੈਨੂੰ ਜ਼ਬਰਦਸਤੀ ਆਪਣੇ ਨਾਲ ਘਰ ਲੈ ਜਾਂਦਾ। ਮੈਂ ਤੇ ਸ਼ਾਮ ਇੱਕੋ ਦਫ਼ਤਰ ਵਿੱਚ ਕੰਮ ਕਰਦੇ ਸੀ, ਦੋਸਤੀ ਵੀ ਬਹੁਤ ਸੀ। ਮੈਂ ਕਿਹਾ, ਨਹੀਂ ਯਾਰ, ਮੈਂ ਤੇਰੇ ਨਾਲ ਘਰ ਨਹੀਂ ਜਾ ਸਕਦਾ। ਸ਼ਾਮ ਕਹਿਣ ਲੱਗਾ, ਕਿਉਂ, ਵਜ੍ਹਾ ਦੱਸੋ। ਜ਼ਰੂਰ ਤੁਸੀਂ ਭਾਬੀ ਲਈ ਜਲਦੀ ਘਰ ਜਾਣਾ ਚਾਹੁੰਦੇ ਹੋ। ਮੈਂ ਸੋਚਿਆ ਕਿ ਇਹ ਹੁਣ ਮੈਨੂੰ ਨਹੀਂ ਛੱਡੇਗਾ, ਕੋਈ ਹੋਰ ਬਹਾਨਾ ਬਣਾ ਲਵਾਂ। ਮੈਂ ਕਿਹਾ, ਨਹੀਂ ਯਾਰ, ਕੋਈ ਗੱਲ ਨਹੀਂ, ਮੇਰੇ ਪਿਤਾ ਜੀ ਦੀ ਸਿਹਤ ਖਰਾਬ ਹੈ, ਇਸ ਲਈ ਮੈਨੂੰ ਡਾਕਟਰ ਕੋਲ ਜਾਣਾ ਪਵੇਗਾ। ਮੈਂ ਬਹੁਤ ਦੇਰ ਨਾਲ ਘਰ ਪਹੁੰਚੂੰਗਾ। ਮੈਂ ਸਿਰ ਹਿਲਾ ਕੇ ਕਿਹਾ, ਇਹ ਤੁਹਾਡੀ ਮਜਬੂਰੀ ਹੈ, ਇਸ ਲਈ ਮੈਂ ਤੁਹਾਨੂੰ ਮਜਬੂਰ ਨਹੀਂ ਕਰਾਂਗਾ। ਤੁਸੀਂ ਚਲੇ ਜਾਓ। ਮੇਰੇ ਮਾਤਾ ਪਿਤਾ ਪਿੰਡ ਦੇ ਘਰ ਵਿੱਚ ਰਹਿੰਦੇ ਸੀ, ਜਦੋਂ ਕਿ ਮੈਂ ਅਤੇ ਮੇਰੀ ਪਤਨੀ ਦਫ਼ਤਰੀ ਕੰਮ ਤੋਂ ਕੁਆਟਰ ਲੈ ਕੇ ਇੱਥੇ ਰਹਿੰਦੇ ਸੀ। ਮੈਂ ਸ਼ਾਮ ਤੋਂ ਜਾਨ ਛੁਡਵਾ ਕੇ ਆਪਣੇ ਘਰ ਆ ਗਿਆ। ਮੈਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਮੇਰੀ ਪਤਨੀ ਘਰ ਨਹੀਂ ਸੀ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਸੀ। ਮੇਰੇ ਅਤੇ ਪੂਨਮ ਦੇ ਵਿਆਹ ਨੂੰ 2 ਸਾਲ ਹੋ ਗਏ ਸੀ। ਇਹਨਾਂ 2 ਸਾਲਾਂ ਵਿੱਚ ਜਦੋਂ ਵੀ ਮੈਂ ਦਫ਼ਤਰ ਤੋਂ ਘਰ ਆਉਂਦਾ ਤਾਂ ਮੇਰੀ ਪਤਨੀ ਘਰ ਹੀ ਹੁੰਦੀ ਸੀ। ਘਰੋਂ ਗਾਇਬ ਹੋਣਾ ਉਸ ਲਈ ਕੋਈ ਛੋਟੀ ਗੱਲ ਨਹੀਂ ਹੈ। ਇਸ ਲਈ ਮੈਂ ਚੌਕੀਦਾਰ ਕੋਲ ਗਿਆ ਅਤੇ ਕਿਹਾ, ਮੇਰੀ ਪਤਨੀ ਕਿੱਥੇ ਗਈ ਹੈ? ਉਹ ਕੁਝ ਦੱਸ ਕੇ ਗਈ ਹੈ? ਚੌਕੀਦਾਰ ਨੇ ਨਾ ਵਿੱਚ ਸਿਰ ਹਿਲਾ ਕੇ ਕਿਹਾ, ਸਾਹਿਬ ਜੀ, ਮਾਲਕਣ ਤਾਂ ਰੋਜ਼ ਘਰੋਂ ਜਾਂਦੀ ਹੈ, ਪਰ ਜਲਦੀ ਆ ਜਾਵੇਗੀ। ਚੌਕੀਦਾਰ ਕੀ ਕਹਿ ਰਿਹਾ ਸੀ, ਇਹ ਸੁਣ ਕੇ ਮੈਂ ਦੰਗ ਰਹਿ ਗਿਆ। ਮੇਰੀ ਪਤਨੀ ਹਮੇਸ਼ਾ ਜਾਂਦੀ ਹੈ, ਆਖਿਰ ਉਹ ਘਰੋਂ ਬਾਹਰ ਕਿਉਂ ਜਾਂਦੀ ਸੀ? ਤੁਸੀਂ ਮੈਨੂੰ ਇਹ ਕਿਉਂ ਨਹੀਂ ਦੱਸਿਆ? ਮੈਂ ਕਿਹਾ, ਕੀ ਮਤਲਬ, ਉਹ ਹਮੇਸ਼ਾ ਕਿੱਥੇ ਜਾਂਦੀ ਹੈ? ਉਸਨੇ ਕਿਹਾ, ਜਨਾਬ, ਅਸੀਂ ਨੌਕਰ ਹਾਂ, ਅਸੀਂ ਕਿਵੇਂ ਜਾਣਦੇ ਹਾਂ ਕਿ ਘਰ ਦੇ ਮਾਲਕ ਕਿੱਥੇ ਜਾਂਦੇ ਹਨ ਅਤੇ ਕਿੱਥੋਂ ਆਉਂਦੇ ਹਨ? ਜਦੋਂ ਮਾਲਕਣ ਆਵੇਗੀ ਤੁਸੀਂ ਆਪਣੇ ਆਪ ਹੀ ਪੁੱਛ ਲੈਣਾ। ਮੈਂ ਆਪਣਾ ਸਿਰ ਹਿਲਾਇਆ ਅਤੇ ਆਪਣੇ ਕਮਰੇ ਵਿੱਚ ਵਾਪਸ ਆ ਗਿਆ, ਪਰ ਮੇਰਾ ਮਨ ਬਹੁਤ ਉਲਝਿਆ ਹੋਇਆ ਸੀ। ਮੇਰੀ ਪਤਨੀ ਕਿੱਥੇ ਜਾ ਸਕਦੀ ਹੈ? 2 ਘੰਟੇ ਐਵੇਂ ਹੀ ਬੀਤ ਗਏ। ਫਿਰ ਸ਼ਾਮ ਨੇ ਫੋਨ ਕੀਤਾ ਕਿ ਪਿਤਾ ਜੀ ਦਾ ਚੈੱਕਅਪ ਹੋ ਗਿਆ। ਡਾਕਟਰ ਨੇ ਕੀ ਕਿਹਾ? ਮੈਂ ਕਿਹਾ, ਨਹੀਂ ਯਾਰ, ਅੱਜ ਪਿਤਾ ਜੀ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ, ਇਸ ਲਈ ਮੈਂ ਘਰ ਵਾਪਸ ਆ ਗਿਆ ਹਾਂ। ਸ਼ਾਮ ਦੀ ਆਵਾਜ਼ ਵਿੱਚ ਘਬਰਾਹਟ ਸੀ। ਤੁਸੀਂ ਕੀ ਕਹਿ ਰਹੇ ਹੋ? ਮੈਨੂੰ ਤਾਂ ਕਿਹਾ ਸੀ ਕਿ ਪਿਤਾ ਜੀ ਦਾ ਚੈੱਕਅਪ ਕਰਵਾਉਣਾ ਹੈ। ਤੁਸੀਂ ਮੇਰੇ ਨਾਲ ਧੋਖਾ ਕਿਉਂ ਕੀਤਾ? ਸ਼ਾਮ ਦੀ ਆਵਾਜ਼ ਵਿੱਚ ਦਬਿਆ ਹੋਇਆ ਗੁੱਸਾ ਸੀ। ਮੈਨੂੰ ਵੀ ਬਹੁਤ ਚਿੰਤਾ ਹੋ ਰਹੀ ਸੀ, ਇਸ ਲਈ ਮੈਂ ਗੁੱਸੇ ਵਿੱਚ ਕਿਹਾ, ਜੇਕਰ ਪਿਤਾ ਜੀ ਦੀ ਜਾਣ ਤੋਂ ਇਨਕਾਰ ਕਰਦੇ ਤਾਂ ਕੀ ਮੈਂ ਉਸ ਨੂੰ ਜ਼ਬਰਦਸਤੀ ਆਪਣੇ ਮੋਢਿਆਂ ਤੇ ਚੁੱਕ ਕੇ ਲੈ ਜਾਂਦਾ? ਤੂੰ ਵੀ ਆਪਣੀ ਹੱਦ ਪਾਰ ਕਰ ਰਿਹਾ ਹੈ। ਇਹ ਕਹਿ ਕੇ ਮੈਂ ਫੋਨ ਕੱਟ ਦਿੱਤਾ। ਅਜੇ ਅੱਧਾ ਘੰਟਾ ਹੀ ਹੋਇਆ ਸੀ ਕਿ ਮੇਰੀ ਪਤਨੀ ਕਮਰੇ ਵਿੱਚ ਆ ਗਈ। ਉਹ ਬਹੁਤ ਘਬਰਾਈ ਹੋਈ ਸੀ। ਉਹ ਕਹਿਣ ਲੱਗੀ ਕਿ ਰਾਮ, ਸੌਰੀ, ਮੈਂ ਘਰ ਵਿੱਚ ਨਹੀਂ ਸੀ। ਤੁਹਾਨੂੰ ਭੁੱਖ ਤਾਂ ਨਹੀਂ ਲੱਗੀ? ਮੈਂ ਨਾ ਵਿੱਚ ਸਿਰ ਹਿਲਾ ਦਿੱਤਾ ਅਤੇ ਪੂਨਮ ਦੇ ਚਿਹਰੇ ਨੂੰ ਬੜੇ ਧਿਆਨ ਨਾਲ ਦੇਖਣ ਲੱਗਾ। ਮੈਂ ਕਿਹਾ, ਕਿੱਥੇ ਗਈ ਸੀ ਪੂਨਮ? ਉਸਨੇ ਅੱਖਾਂ ਚੁਰਾਈ ਕਹਿਣ ਲੱਗੀ, ਗੁਆਂਢੀਆਂ ਦੀ ਕੁੜੀ ਨਾਲ ਮੇਰੀ ਬਹੁਤ ਚੰਗੀ ਦੋਸਤੀ ਹੋ ਗਈ ਹੈ। ਮੈਂ ਆਪਣਾ ਸਿਰ ਹਿਲਾਇਆ। ਮੈਨੂੰ ਉਸਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਚਾਹੀਦਾ ਸੀ। ਜੋ ਮੈਨੂੰ ਪਸੰਦ ਨਹੀਂ ਸੀ ਕਿ ਮੇਰੀ ਪਤਨੀ ਮੇਰੇ ਨਾਲ ਅੱਖਾਂ ਚੁਰਾਉਂਦੀ ਹੋਈ ਗੱਲ ਕਰੇ, ਅਤੇ ਉਹਨਾਂ ਨੇ ਖਾਣੇ ਦਾ ਪ੍ਰਬੰਧ ਕਰ ਰੱਖਿਆ ਸੀ। ਅਸੀਂ ਖਾਣਾ ਖਾਣ ਬੈਠ ਗਏ। ਫਿਰ ਪੂਨਮ ਨੇ ਕਿਹਾ, ਰਾਮ, ਤੁਸੀਂ ਤਾਂ ਅੱਜ ਆਪਣੇ ਪਿਤਾ ਨੂੰ ਡਾਕਟਰ ਕੋਲ ਲੈ ਕੇ ਜਾ ਰਹੇ ਸੀ, ਕੀ ਹੋਇਆ? ਪੂਨਮ ਦੀ ਗੱਲ ਸੁਣ ਕੇ ਮੈਂ ਸੋਚਦਾ ਰਿਹਾ। ਪਿਤਾ ਜੀ ਨੂੰ ਹਸਪਤਾਲ ਲੈ ਕੇ ਜਾਣ ਦਾ ਮੇਰਾ ਕੋਈ ਇਰਾਦਾ ਨਹੀਂ ਸੀ ਅਤੇ ਨਾ ਹੀ ਉਹਨਾਂ ਦੇ ਚੈੱਕਅਪ ਦੀ ਕੋਈ ਡੇਟ ਸੀ। ਇਹ ਗੱਲ ਤਾਂ ਮੈਂ ਦਫ਼ਤਰ ਬੈਠ ਕੇ ਹੀ ਕਰ ਲਈ ਸੀ,
ਤਾਂ ਕਿ ਮੈਨੂੰ ਸ਼ਾਮ ਦੇ ਘਰ ਨਾ ਜਾਣਾ ਪਵੇ ਅਤੇ ਉਸ ਦੀ ਪਤਨੀ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਮੈਂ ਪੂਨਮ ਵੱਲ ਦੇਖਦਿਆਂ ਕਿਹਾ, ਮੈਂ ਤੁਹਾਨੂੰ ਕਦੋਂ ਕਿਹਾ ਕਿ ਮੈਂ ਆਪਣੇ ਪਿਤਾ ਨੂੰ ਹਸਪਤਾਲ ਲੈ ਕੇ ਜਾਣਾ ਹੈ? ਉਹ ਡਰ ਗਈ ਸੀ। ਮੈਂ ਤੁਹਾਡੇ ਦਫ਼ਤਰ ਫੋਨ ਕੀਤਾ ਤਾਂ ਮੈਨੂੰ ਪਤਾ ਲੱਗਾ ਕਿ ਤੁਸੀਂ ਪਿਤਾ ਨੂੰ ਹਸਪਤਾਲ ਲੈ ਗਏ ਹੋ। ਇਸ ਲਈ ਮੈਂ ਆਪਣੇ ਗੁਆਂਢਣ ਕੋਲ ਚਲੀ ਗਈ। ਮੈਂ ਹਾਂ ਵਿੱਚ ਸਿਰ ਹਿਲਾਇਆ। ਅੱਜ ਮੈਨੂੰ ਪੂਨਮ ਬਹੁਤ ਅਜੀਬ ਲੱਗ ਰਹੀ ਸੀ। ਮੈਂ ਬੀਤੀ ਰਾਤ ਇਹਨਾਂ ਸਾਰੀਆਂ ਗੱਲਾਂ ਤੋਂ ਬਹੁਤ ਪਰੇਸ਼ਾਨ ਸੀ। ਮੈਂ ਸਾਰੀ ਰਾਤ ਸੌਂ ਵੀ ਨਹੀਂ ਸਕਿਆ। ਚੌਕੀਦਾਰ ਦੀਆਂ ਗੱਲਾਂ ਮੈਨੂੰ ਪਰੇਸ਼ਾਨ ਕਰ ਰਹੀਆਂ ਸਨ। ਮੇਰੀ ਪਤਨੀ ਕਿੱਥੇ ਗਈ ਹੋਵੇਗੀ? ਫਿਰ ਮੈਂ ਸੋਚਿਆ ਕਿ ਮੇਰੀ ਪਤਨੀ ਜ਼ਰੂਰ ਗੁਆਂਢੀਆਂ ਦੇ ਘਰ ਗਈ ਹੋਵੇਗੀ, ਕਿਉਂਕਿ ਉਸ ਤੇ ਮੈਨੂੰ ਸ਼ੱਕ ਨਹੀਂ ਕਰਨਾ ਸੀ, ਕਿਉਂਕਿ ਮੇਰਾ ਉਸ ਨਾਲ ਵਿਆਹ ਹੋਏ ਨੂੰ ਸਿਰਫ 2 ਸਾਲ ਹੋਏ ਸਨ, ਪਰ ਅਸੀਂ ਇੱਕ ਦੂਜੇ ਨੂੰ ਬਚਪਨ ਤੋਂ ਜਾਣਦੇ ਸੀ। ਪੂਨਮ ਮੇਰੇ ਪਿਤਾ ਜੀ ਦੇ ਦੋਸਤ ਦੀ ਧੀ ਸੀ। ਸਾਡੀ ਦੋਵਾਂ ਦੀ ਮੰਗਣੀ ਬਚਪਨ ਵਿੱਚ ਹੀ ਹੋ ਗਈ ਸੀ। ਸਾਡੇ ਦੋਵਾਂ ਵਿੱਚ ਸ਼ੁਰੂ ਤੋਂ ਹੀ ਬਹੁਤ ਦੋਸਤੀ ਅਤੇ ਪਿਆਰ ਸੀ। ਪੂਨਮ ਮੇਰੇ ਬਿਨਾਂ ਸਾਹ ਵੀ ਨਹੀਂ ਲੈਂਦੀ ਸੀ। ਪੂਨਮ ਵਿਆਹ ਤੋਂ ਪਹਿਲਾਂ ਵੀ ਮੇਰੇ ਨਾਲ ਰਹਿ ਚੁੱਕੀ ਸੀ, ਇਸ ਕਰਕੇ ਮੈਨੂੰ ਉਸ ਤੇ ਪੂਰਾ ਭਰੋਸਾ ਸੀ। ਜਦੋਂ ਮੈਂ ਸਵੇਰੇ ਦਫ਼ਤਰ ਗਿਆ ਤਾਂ ਸ਼ਾਮ ਮੇਰਾ ਹੱਥ ਫੜ ਕੇ ਕਹਿਣ ਲੱਗਾ, ਤੂੰ ਕੱਲ ਮੇਰੇ ਨਾਲ ਝੂਠ ਬੋਲਿਆ ਤੇ ਆਪਣੇ ਘਰ ਚਲਾ ਗਿਆ, ਜਦੋਂ ਕਿ ਮੈਂ ਤੁਹਾਡੇ ਲਈ ਸਪੈਸ਼ਲ ਬਿਰਿਆਨੀ ਬਣਵਾਈ ਸੀ। ਕੀ ਤੁਸੀਂ ਜਾਣਦੇ ਹੋ ਕਿ ਮੇਰੀ ਪਤਨੀ ਨੇ ਮੈਨੂੰ ਬਹੁਤ ਸਾਰੀਆਂ ਗੱਲਾਂ ਸੁਣਾਈਆਂ ਸੀ? ਤੁਹਾਡੇ ਦੋਸਤ ਘਰ ਆਉਣਾ ਨਹੀਂ ਚਾਹੁੰਦੇ ਤੇ ਤੁਸੀਂ ਮੈਨੂੰ ਇੰਜ ਹੀ ਪਰੇਸ਼ਾਨ ਕਰਦੇ ਹੋ। ਮੈਂ ਕਿਹਾ, ਯਾਰ ਮੈਂ ਤਾਂ ਆਪਣੀ ਭਾਬੀ ਬਾਰੇ ਸੋਚ ਕੇ ਨਹੀਂ ਆਇਆ। ਜਦੋਂ ਮੈਂ ਤੁਹਾਡੇ ਘਰ ਆਉਂਦਾ ਹਾਂ ਤਾਂ ਉਹਨਾਂ ਨੂੰ ਮੂੰਹ ਛੁਪਾਉਣਾ ਪੈਂਦਾ ਹੈ। ਮੈਂ ਆਪਣੀ ਭਰਜਾਈ ਨੂੰ ਤੰਗ ਕਰਨਾ ਪਸੰਦ ਨਹੀਂ ਕਰਦਾ। ਮੇਰੀ ਪਤਨੀ ਸਿਰਫ ਤੁਹਾਡੇ ਤੋਂ ਲੁਕ ਕੇ ਨਹੀਂ ਰਹਿੰਦੀ। ਜਦੋਂ ਮੇਰਾ ਭਰਾ ਘਰ ਆਉਂਦਾ ਹੈ ਤਾਂ ਉਹ ਫਿਰ ਵੀ ਲੁਕ ਛਿਪ ਕੇ ਰਹਿੰਦੀ ਹੈ। ਤਾਂ ਫਿਰ ਮੈਂ ਆਪਣੇ ਭਰਾ ਨੂੰ ਘਰ ਬੁਲਾਉਣ ਤੋਂ ਰੋਕ ਦੂੰ? ਮੈਂ ਨਾ ਵਿੱਚ ਸਿਰ ਹਿਲਾ ਕੇ ਕਿਹਾ, ਉਹ ਤੁਹਾਡਾ ਅਸਲੀ ਭਰਾ ਹੈ। ਮੈਂ ਨਹੀਂ ਚਾਹੁੰਦਾ ਕਿ ਮੇਰੇ ਕਾਰਨ ਤੁਹਾਡੀ ਅਤੇ ਭਾਬੀ ਦੀ ਲੜਾਈ ਹੋਵੇ। ਮੇਰੀ ਗੱਲ ਸੁਣ ਕੇ ਸ਼ਾਮ ਹੱਸਣ ਲੱਗਾ। ਉਸਨੇ ਕਿਹਾ, ਇਹ ਦੋਸਤ, ਮੇਰੀ ਪਤਨੀ ਅਜੀ ਨਹੀਂ ਹੈ। ਲੱਗਦਾ ਹੈ ਕਿ ਪੂਨਮ ਭਾਬੀ ਤੁਹਾਨੂੰ ਮਹਿਮਾਨ ਬੁਲਵਾਉਣ ਤੋਂ ਮਨਾ ਕਰਦੀ ਹੈ, ਇਸ ਲਈ ਤੁਸੀਂ ਬਹੁਤ ਡਰਦੇ ਹੋ। ਮੈਨੂੰ ਤਾਂ ਮੇਰੀ ਪਤਨੀ ਕਹਿੰਦੀ ਹੈ ਕਿ ਮਹਿਮਾਨਾਂ ਨੂੰ ਖਾਣਾ ਖਵਾਉਣਾ ਚੰਗੀ ਗੱਲ ਹੈ। ਸ਼ਾਮ ਦਾ ਭਾਸ਼ਣ ਸੁਣ ਕੇ ਮੈਂ ਪੂਰੀ ਤਰ੍ਹਾਂ ਹਲਕਾ ਫੁਲਕਾ ਹੋ ਗਿਆ। ਯਾਰ, ਗੱਲਾਂ ਵਿੱਚ ਤੈਨੂੰ ਕੋਈ ਜਿੱਤ ਨਹੀਂ ਸਕਦਾ। ਅਗਲੀ ਵਾਰ ਜਦੋਂ ਤੁਸੀਂ ਮੈਨੂੰ ਬੁਲਾਓਗੇ ਮੈਂ ਤੁਹਾਡੇ ਘਰ ਜ਼ਰੂਰ ਆਵਾਂਗਾ। ਸ਼ਾਮ ਮੇਰੀ ਗੱਲ ਸੁਣ ਕੇ ਖੁਸ਼ ਹੋ ਗਿਆ। ਮੈਂ ਸੋਚਿਆ ਕਿ ਸ਼ਾਮ ਦੀ ਪਤਨੀ ਉਸ ਨੂੰ ਮੇਰੀ ਦਾਵਤ ਦੇਣ ਤੋਂ ਰੋਕ ਦੇਵੇਗੀ, ਪਰ ਮੈਨੂੰ ਕਿੱਥੇ ਪਤਾ ਸੀ ਕਿ ਉਹ 2 ਦਿਨ ਬਾਅਦ ਫਿਰ ਮੈਨੂੰ ਘਰ ਜਾਣਾ ਲਈ ਕਹੇਗਾ। ਇੱਕ ਵਾਰ ਫਿਰ ਉਸਨੇ ਕਿਹਾ ਕਿ ਤੇਰੀ ਭਰਜਾਈ ਨੇ ਕੌਰਵਾ ਬਣਾਇਆ ਹੈ। ਮੈਂ ਹੈਰਾਨ ਹਾਂ ਕਿ ਭਾਬੀ ਨੂੰ ਕਿਵੇਂ ਪਤਾ ਲੱਗ ਗਿਆ ਕਿ ਮੇਰੀ ਪਸੰਦੀਦਾ ਪਕਵਾਨ ਕਿਹੜੀ ਹੈ। ਜਦੋਂ ਸ਼ਾਮ ਨੇ ਇਸ ਵਾਰ ਬੁਲਾਇਆ ਤਾਂ ਮੈਨੂੰ ਜਾਣਾ ਪਿਆ, ਕਿਉਂਕਿ ਇਸ ਵਾਰ ਇਨਕਾਰ ਕਰਕੇ ਮੈਂ ਦਿਲ ਨਹੀਂ ਤੋੜਨਾ ਚਾਹੁੰਦਾ ਸੀ। ਅਜਿਹਾ ਨਹੀਂ ਸੀ ਕਿ ਸ਼ਾਮ ਦੇ ਨਾਲ ਪੂਰੇ ਦਫ਼ਤਰ ਵਿੱਚ ਮੈਂ ਇਕੱਲਾ ਦੋਸਤ ਸੀ। ਮੇਰੇ ਤੋਂ ਇਲਾਵਾ ਉਸ ਦੇ 3-4 ਬਹੁਤ ਚੰਗੇ ਦੋਸਤ ਸੀ, ਪਰ ਉਹ ਉਹਨਾਂ ਨੂੰ ਕਦੇ ਆਪਣੇ ਘਰ ਨਹੀਂ ਲੈ ਗਿਆ। ਜਦੋਂ ਕਿ ਮੇਰੇ ਇਨਕਾਰ ਕਰਨ ਤੇ ਉਹ ਮੇਰੇ ਨਾਲ ਗੁੱਸੇ ਹੋ ਜਾਂਦਾ ਹੈ। ਮੈਂ ਉਸ ਦੇ ਨਾਲ ਘਰ ਚਲਾ ਗਿਆ। ਉਸ ਦੀ ਪਤਨੀ ਬਹੁਤ ਘਬਰਾ ਗਈ ਸੀ। ਉਸ ਨੇ ਕਾਲੇ ਕੱਪੜੇ ਪਾਏ ਹੋਏ ਸਨ ਅਤੇ ਉਸ ਦਾ ਚਿਹਰਾ ਪੂਰੀ ਤਰ੍ਹਾਂ ਢਕਿਆ ਹੋਇਆ ਸੀ। ਮੈਂ ਭਾਬੀ ਦੇ ਸਾਹਮਣੇ ਕਦੇ ਅੱਖਾਂ ਨਹੀਂ ਚੁੱਕਦਾ ਸੀ, ਪਰ ਫਿਰ ਵੀ ਜਦੋਂ ਕੋਈ ਚੀਜ਼ ਲਿਆ ਕੇ ਰੱਖੀ ਜਾਂਦੀ ਸੀ ਤਾਂ ਭਾਂਡਿਆਂ ਦੀ ਆਵਾਜ਼ ਤੋਂ ਸਾਫ਼ ਪਤਾ ਲੱਗ ਜਾਂਦਾ ਸੀ ਕਿ ਭਾਂਡੇ ਰੱਖਣ ਵਾਲੇ ਵਿਅਕਤੀ ਦੇ ਹੱਥ ਕੰਬ ਰਹੇ ਹੈ। ਜਦੋਂ ਖਾਣਾ ਪਰੋਸਿਆ ਗਿਆ, ਮੈਂ ਅਤੇ ਮੇਰਾ ਦੋਸਤ ਖਾਣਾ ਖਾਣ ਬੈਠ ਗਏ। ਉਦੋਂ ਹੀ ਮੈਂ ਪੂਨਮ ਬਾਰੇ ਸੋਚਿਆ। ਮੈਂ ਕਿਹਾ, ਯਾਰ ਤੇਰੀ ਭਾਬੀ ਪਰੇਸ਼ਾਨ ਹੋਵੇਗੀ। ਮੈਂ ਉਸ ਨੂੰ ਫੋਨ ਕਰਕੇ ਦੱਸਦਾ ਕਿ ਮੈਨੂੰ ਵਾਪਸੀ ਤੇ ਥੋੜੀ ਦੇਰ ਹੋ ਜਾਵੇਗੀ। ਪਰ ਮੇਰੀ ਗੱਲ ਸੁਣ ਕੇ ਸ਼ਾਮ ਦੇ ਮੂੰਹ ਵਿੱਚ ਬੁਰਕੀ ਫਸ ਗਈ ਸੀ। ਮੈਂ ਜਲਦੀ ਉਸ ਨੂੰ ਪਾਣੀ ਦਾ ਗਲਾਸ ਦਿੱਤਾ, ਪਰ ਫਿਰ ਵੀ ਉਸ ਦੀ ਖਾਂਸੀ ਨਹੀਂ ਰੁਕ ਰਹੀ ਸੀ। ਆਰਾਮ, ਜੇ ਤੁਸੀਂ ਛੋਟੀਆਂ-ਛੋਟੀਆਂ ਗੱਲਾਂ ਤੇ ਭਾਬੀ ਨੂੰ ਫੋਨ ਕਰਕੇ ਦੱਸ ਦਿੰਦੇ ਹੋ ਤਾਂ ਉਸ ਦਾ ਤੁਹਾਡੇ ਲਈ ਪਿਆਰ ਖਤਮ ਹੋ ਜਾਵੇਗਾ। ਉਹਨਾਂ ਨੂੰ ਆਪਣੇ ਲਈ ਉਡੀਕ ਕਰਨ ਦਿਓ। ਉਡੀਕ ਕਰਨ ਨਾਲ ਪਿਆਰ ਵੱਧਦਾ ਹੈ। ਮੈਂ ਹੱਸ ਕੇ ਕਿਹਾ, ਬਸ ਆਪਣੀਆਂ ਦਲੀਲਾਂ ਆਪਣੇ ਕੋਲ ਰੱਖੋ। ਸਾਡਾ ਦੋਵਾਂ ਦਾ ਬਚਪਨ ਤੋਂ ਹੀ ਪਿਆਰ ਹੈ। ਸ਼ਾਮ ਦੇ ਚਿਹਰੇ ਤੇ ਕੁਝ ਟਾਈਮ ਲਈ ਮੁਸਕਰਾਹਟ ਫਿੱਕੀ ਪੈ ਗਈ। ਮੈਂ ਸਮਝ ਨਾ ਸਕਿਆ। ਮੈਂ ਆਪਣਾ ਮੋਬਾਈਲ ਚੁੱਕਿਆ ਤੇ ਪੂਨਮ ਦਾ ਨੰਬਰ ਡਾਇਲ ਕੀਤਾ। ਘੰਟੀ ਵੱਜਣ ਲੱਗੀ। ਲੱਗਦਾ ਸੀ ਕਿ ਰਸੋਈ ਵਿੱਚ ਮੋਬਾਈਲ ਦੀ ਘੰਟੀ ਵੱਜ ਰਹੀ ਹੈ, ਪਰ ਹੁਣ ਆਵਾਜ਼ ਬੰਦ ਹੋ ਗਈ ਸੀ। ਮੈਂ ਦੁਬਾਰਾ ਫੋਨ ਕੀਤਾ ਅਤੇ ਕਿਹਾ ਕਿ ਪੂਨਮ ਕਿੱਥੇ ਹੈ। ਮੈਨੂੰ ਉਸ ਦੀ ਗੁੱਸੇ ਵਾਲੀ ਆਵਾਜ਼ ਸੁਣਾਈ ਦਿੱਤੀ। ਉਹ ਕਹਿਣ ਲੱਗੀ, ਮੈਂ ਕਿੱਥੇ ਜਾਣਾ, ਘਰ ਵਿੱਚ ਹੀ ਹਾਂ।
ਤੁਸੀਂ ਮੈਨੂੰ ਦੱਸੋ ਕਿ ਤੁਸੀਂ ਕਿੱਥੇ ਹੋ। ਮੈਂ ਕਿੰਨਾ ਟਾਈਮ ਤੋਂ ਤੁਹਾਡਾ ਇੰਤਜ਼ਾਰ ਕਰ ਰਹੀ ਹਾਂ। ਮੈਂ ਕਿਹਾ, ਯਾਰ ਮੈਨੂੰ ਮਾਫ਼ ਕਰਨਾ, ਮੈਂ ਤੈਨੂੰ ਦੱਸਣਾ ਭੁੱਲ ਗਿਆ। ਦਰਅਸਲ ਮੈਂ ਸ਼ਾਮ ਦੇ ਘਰ ਆਇਆ ਹਾਂ। ਮੈਂ ਖਾਣਾ ਖਾ ਲਿਆ ਹੈ, ਤੁਸੀਂ ਵੀ ਖਾ ਲਓ। ਜਦੋਂ ਪੂਨਮ ਨੇ ਹਾਮੀ ਭਰੀ ਤਾਂ ਮੈਂ ਫੋਨ ਕੱਟ ਦਿੱਤਾ। ਮੈਂ ਖਾਣਾ ਖਾ ਕੇ ਜਲਦੀ ਘਰ ਆ ਗਿਆ। ਜਦੋਂ ਮੈਂ ਘਰ ਵੜਨ ਲੱਗਾ ਤਾਂ ਚੌਕੀਦਾਰ ਨੂੰ ਪੁੱਛਿਆ, ਜਨਾਬ ਅੱਜ ਮਾਲਕਣ ਕਿੱਥੇ ਗਈ ਹੋਈ ਸੀ? ਉਸ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਅਤੇ ਹੁਣੇ ਹੀ 20 ਮਿੰਟ ਪਹਿਲਾਂ ਵਾਪਸ ਆਈ ਹੈ। ਉਹ ਹੈਰਾਨ ਸੀ ਕਿ ਮੈਂ 1 ਘੰਟਾ ਪਹਿਲਾਂ ਫੋਨ ਕੀਤਾ ਸੀ ਤਾਂ ਉਹ ਮੈਨੂੰ ਦੱਸ ਰਹੀ ਸੀ ਕਿ ਮੈਂ ਘਰ ਹੀ ਹਾਂ। ਨਾ ਜਾਣੇ ਮੇਰੇ ਤੋਂ ਆਪਣੀਆਂ ਗੱਲਾਂ ਕਿਉਂ ਛੁਪਾਉਣ ਲੱਗ ਪਈ ਹੈ। ਜਦੋਂ ਮੈਂ ਆਪਣੇ ਕਮਰੇ ਵਿੱਚ ਆਇਆ ਤਾਂ ਪੂਨਮ ਮੂੰਹ ਫੁਲਾ ਕੇ ਬੈਠੀ ਸੀ। ਮੈਂ ਆ ਕੇ ਉਸ ਦੇ ਸਾਹਮਣੇ ਬੈਠ ਗਿਆ ਤੇ ਬੋਲਿਆ, ਕੀ ਗੱਲ ਹੈ ਪੂਨਮ, ਤੂੰ ਗੁੱਸੇ ਵਿੱਚ ਲੱਗ ਰਹੀ ਹੈ। ਮੈਂ ਕਿਹਾ, ਮੈਨੂੰ ਹੁਣ ਗੁੱਸੇ ਹੋਣ ਦਾ ਹੱਕ ਵੀ ਨਹੀਂ ਹੈ। ਤੁਸੀਂ ਹਰ ਰੋਜ਼ ਆਪਣੇ ਦੋਸਤ ਦੇ ਘਰ ਜਾਂਦੇ ਹੋ। ਮੈਨੂੰ ਹੁਣ ਮਹਿਸੂਸ ਹੋਣ ਲੱਗਾ ਹੈ ਕਿ ਤੁਸੀਂ ਮੈਨੂੰ ਧੋਖਾ ਦੇ ਰਹੇ ਹੋ। ਇਸ ਲਈ ਤੁਸੀਂ ਆਪਣੇ ਦੋਸਤ ਦੇ ਘਰ ਦਾ ਬੋਲ ਕੇ ਕਿਤੇ ਹੋਰ ਚਲੇ ਜਾਂਦੇ ਹੋ। ਮੈਂ ਉਸ ਦਾ ਚਿਹਰਾ ਦੇਖ ਕੇ ਉਸ ਨੂੰ ਕਿਹਾ ਕਿ ਅਜਿਹਾ ਨਹੀਂ ਹੁੰਦਾ। ਹਰ ਇਨਸਾਨ ਨੂੰ ਆਦਮੀ ਆਪਣੇ ਵਰਗਾ ਹੀ ਲੱਗਦਾ ਹੈ। ਧੋਖਾ ਤਾਂ ਖੁਦ ਦੇ ਰਹੇ ਹੁੰਦਾ ਹੈ, ਇਲਜ਼ਾਮ ਦੂਜਿਆਂ ਤੇ ਲਾਉਂਦਾ। ਪੂਨਮ ਦਾ ਚਿਹਰਾ ਫਿੱਕਾ ਪੈ ਗਿਆ ਸੀ। ਉਸ ਨੇ ਘਬਰਾਹਟ ਵਿੱਚ ਕਿਹਾ, ਤੁਹਾਡਾ ਕੀ ਮਤਲਬ ਹੈ? ਤੁਸੀਂ ਕਿਵੇਂ ਗੱਲ ਕਰ ਰਹੇ ਹੋ? ਮੈਂ ਹੱਸਦਾ ਹੋਇਆ ਬੋਲਿਆ, ਮੈਂ ਤਾਂ ਮਜ਼ਾਕ ਕਰ ਰਿਹਾ ਸੀ। ਤੁਸੀਂ ਸੱਚਮੁੱਚ ਡਰ ਗਏ ਹੋ। ਮੇਰੀ ਗੱਲ ਸੁਣ ਕੇ ਉਸ ਦੀ ਆਵਾਜ਼ ਗਲੇ ਵਿੱਚ ਅਟਕ ਗਈ। ਉਸ ਨੇ ਬੜੀ ਮੁਸ਼ਕਲ ਨਾਲ ਕਿਹਾ, ਨਹੀਂ ਮੈਂ ਕਿਉਂ ਡਰਾਂ? ਮੈਂ ਤੁਹਾਡੇ ਤੇ ਹੈਰਾਨ ਹਾਂ ਕਿ ਤੁਸੀਂ ਬਿਨਾਂ ਦੱਸੇ ਘਰ ਤੋਂ ਚਲੇ ਜਾਂਦੇ ਹੋ ਅਤੇ ਫਿਰ ਮੇਰੇ ਸਵਾਲਾਂ ਦਾ ਜਵਾਬ ਘੁਮਾ ਫਿਰਾ ਕੇ ਦਿੰਦੇ ਹੋ। ਮੈਂ ਪੂਨਮ ਦਾ ਹੱਥ ਫੜ ਕੇ ਕਿਹਾ, ਪੂਨਮ ਜਦੋਂ ਕੋਈ ਬਿਨਾਂ ਦੱਸੇ ਘਰੋਂ ਨਿਕਲ ਜਾਂਦਾ ਹੈ ਤਾਂ ਕੀ ਹੁੰਦਾ ਹੈ? ਪੂਨਮ ਕਹਿਣ ਲੱਗੀ, ਇਹ ਗੱਲ ਗਲਤ ਹੈ। ਪਤੀ ਪਤਨੀ ਇੱਕ ਦੂਜੇ ਦੇ ਰਾਜ਼ਦਾਰ ਹੁੰਦੇ ਨੇ। ਉਹਨਾਂ ਨੂੰ ਹਰ ਗੱਲ ਇੱਕ ਦੂਜੇ ਨਾਲ ਸਾਂਝੀ ਕਰਨੀ ਚਾਹੀਦੀ ਹੈ। ਬਿਨਾਂ ਦੱਸੇ ਘਰੋਂ ਨਿਕਲਣਾ ਮਾੜੀ ਗੱਲ ਹੈ ਜਾਂ ਇਹ ਕਾਨੂੰਨ ਦੋਵਾਂ ਤੇ ਲਾਗੂ ਹੁੰਦਾ ਹੈ। ਮੇਰੀ ਪਤਨੀ ਘਬਰਾ ਗਈ ਸੀ। ਉਹ ਹੱਥ ਛੁਡਾ ਕੇ ਬਾਹਰ ਚਲੀ ਗਈ। ਉਹ ਕਹਿਣ ਲੱਗੀ, ਸ਼ਾਮ ਦੇ ਘਰੋਂ ਪਤਾ ਨਹੀਂ ਕੀ ਖਾ ਕੇ ਆ ਜਾਂਦੇ ਹਨ ਕਿ ਤੁਹਾਡੀਆਂ ਗੱਲਾਂ ਹੀ ਨਹੀਂ ਮੁੱਕਦੀਆਂ। ਜਦੋਂ ਉਹ ਬਾਹਰ ਗਈ ਤਾਂ ਮੈਂ ਸੋਚ ਰਿਹਾ ਸੀ ਕਿ ਮੇਰੀ ਪਤਨੀ ਮੇਰੇ ਨਾਲ ਝੂਠ ਬੋਲ ਕੇ ਬਾਹਰ ਕਿਉਂ ਜਾਂਦੀ ਹੈ। ਉਹ ਮੈਨੂੰ ਸਿੱਧੇ ਤਰੀਕੇ ਨਾਲ ਇਹ ਕਹਿ ਕੇ ਵੀ ਸਪਸ਼ਟ ਕਰ ਸਕਦੀ ਹੈ ਕਿ ਰਾਮ, ਜਦੋਂ ਤੁਹਾਡਾ ਫੋਨ ਆਇਆ ਤਾਂ ਮੈਂ ਘਰ ਨਹੀਂ ਸੀ, ਕਿ ਮੈਂ ਆਪਣੀ ਸਹੇਲੀ ਦੇ ਘਰ ਗਈ ਸੀ, ਜਾਂ ਫਿਰ ਉਹ ਜਾਣ ਤੋਂ ਪਹਿਲਾਂ ਮੈਨੂੰ ਇੱਕ ਮੈਸੇਜ ਤਾਂ ਭੇਜ ਸਕਦੀ ਹੈ। ਉਹ ਮੇਰੇ ਸਾਹਮਣੇ ਝੂਠ ਕਿਉਂ ਬੋਲਦੀ ਹੈ ਕਿ ਉਹ ਘਰੋਂ ਬਿਲਕੁਲ ਨਹੀਂ ਨਿਕਲਦੀ? ਅੱਜ ਮੈਂ ਪੂਨਮ ਨਾਲ ਘੁਮਾ ਫਿਰਾ ਕੇ ਗੱਲ ਇਸ ਲਈ ਕਰ ਰਿਹਾ ਸੀ ਤਾਂ ਕਿ ਉਹ ਘਬਰਾ ਕੇ ਮੈਨੂੰ ਸਾਰੀ ਅਸਲੀਅਤ ਦੱਸ ਦੇਵੇ, ਪਰ ਉਲਟਾ ਉਹ ਮੈਨੂੰ ਫਸਾ ਕੇ ਚਲੀ ਗਈ। ਇਸ ਦਾ ਮਤਲਬ ਇਹ ਸੀ ਕਿ ਪੂਨਮ ਮੈਨੂੰ ਇਹ ਨਹੀਂ ਦੱਸਣਾ ਚਾਹੁੰਦੀ ਕਿ ਉਹ ਕਿੱਥੇ ਜਾਂਦੀ ਹੈ, ਜਦੋਂ ਕਿ ਮੈਨੂੰ ਇਹ ਜਾਣਨ ਦੀ ਜ਼ਰੂਰਤ ਸੀ ਕਿ ਮੇਰੀ ਪਤਨੀ ਕਿੱਥੇ ਜਾਂਦੀ ਹੈ, ਕਿ ਉਹ ਕਿਤੇ ਕਿਸੇ ਮੁਸੀਬਤ ਵਿੱਚ ਤਾਂ ਨਹੀਂ ਹੈ। ਮੇਰੀ ਪਤਨੀ ਦੀ ਸੁਰੱਖਿਆ ਮੇਰੇ ਲਈ ਸਭ ਤੋਂ ਉੱਪਰ ਸੀ। ਮੈਂ ਸੋਚਿਆ ਕਿ ਮੈਂ ਆਪਣੇ ਆਪ ਹੀ ਪਤਾ ਲਗਾ ਲਵਾਂਗਾ। ਇਸ ਲਈ ਮੈਂ ਚੌਕੀਦਾਰ ਤੋਂ ਸੱਚ ਜਾਣਨ ਦਾ ਮਨ ਬਣਾ ਲਿਆ ਸੀ। ਮੈਂ ਸਵੇਰੇ ਦਫ਼ਤਰ ਜਾਣ ਤੋਂ ਪਹਿਲਾਂ ਚੌਕੀਦਾਰ ਨੂੰ ਇਸ਼ਾਰਾ ਕਰਕੇ ਆਪਣੇ ਕੋਲ ਬੁਲਾ ਲਿਆ। ਮੈਂ ਉਸ ਨੂੰ ਕਿਹਾ, ਮਾਲਕਣ ਘਰੋਂ ਕਿੰਨੇ ਵਜੇ ਨਿਕਲਦੀ ਹੈ? ਉਹ ਸੋਚ ਕੇ ਬੋਲਿਆ, ਜਦੋਂ ਤੁਹਾਡੇ ਦਫ਼ਤਰ ਦੀ ਛੁੱਟੀ ਦਾ ਸਮਾਂ ਹੁੰਦਾ ਹੈ, ਪਰ ਉਸ ਦਿਨ ਤੁਸੀਂ ਵੀ ਲੇਟ ਆਉਂਦੇ ਹੋ। ਪਰ ਤੁਹਾਡੇ ਆਉਣ ਤੋਂ ਪਹਿਲਾਂ ਮਾਲਕਣ ਵਾਪਸ ਪਹੁੰਚ ਜਾਂਦੀ ਹੈ। ਮੈਂ ਚੌਕੀਦਾਰ ਦਾ ਧੰਨਵਾਦ ਕੀਤਾ ਅਤੇ ਆ ਕੇ ਆਪਣੀ ਕਾਰ ਵਿੱਚ ਬੈਠ ਗਿਆ। ਚੌਕੀਦਾਰ ਦੀਆਂ ਗੱਲਾਂ ਤੋਂ ਸਪਸ਼ਟ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਪੂਨਮ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਕਿ ਮੈਂ ਸ਼ਾਮ ਦੇ ਘਰ ਜਾ ਰਿਹਾ ਹਾਂ। ਹੁਣ ਸੋਚਣ ਵਾਲੀ ਗੱਲ ਇਹ ਸੀ ਕਿ ਜਦੋਂ ਮੈਂ ਇਹ ਗੱਲ ਆਪਣੀ ਪਤਨੀ ਨੂੰ ਨਹੀਂ ਦੱਸਦਾ ਤਾਂ ਉਸ ਨੂੰ ਮੇਰੇ ਬਾਰੇ ਕੌਣ ਦੱਸਦਾ ਹੈ। ਮੈਨੂੰ ਪੂਨਮ ਤੇ ਅੰਨਾ ਵਿਸ਼ਵਾਸ ਸੀ, ਇਸ ਲਈ ਮੈਂ ਇਸ ਗੱਲ ਤੇ ਯਕੀਨ ਨਹੀਂ ਕਰ ਸਕਦਾ ਸੀ ਕਿ ਉਹ ਮੈਨੂੰ ਕਿਸੇ ਤਰ੍ਹਾਂ ਨਾਲ ਧੋਖਾ ਦੇ ਰਹੀ ਸੀ। ਪਰ ਫਿਰ ਵੀ ਇਹ ਸਾਰੀਆਂ ਗੱਲਾਂ ਮੈਨੂੰ ਪਰੇਸ਼ਾਨ ਕਰ ਰਹੀਆਂ ਸਨ ਅਤੇ ਮੈਂ ਕਿਸੇ ਨਾ ਕਿਸੇ ਨਤੀਜੇ ਤੇ ਪਹੁੰਚਣਾ ਹੀ ਸੀ। ਮੈਂ ਉਹਨਾਂ ਦਿਨਾਂ ਵਿੱਚ ਬਹੁਤ ਚਿੰਤਤ ਸੀ। ਸ਼ਾਮ ਮੈਨੂੰ ਪਰੇਸ਼ਾਨ ਦੇਖ ਕੇ ਸਮਝ ਗਿਆ ਸੀ ਕਿ ਉਹ ਮੈਨੂੰ ਕਹਿਣ ਲੱਗਾ, ਕੀ ਗੱਲ ਹੈ ਰਾਮ, ਅੱਜ ਕੱਲ ਤੂੰ ਕੁਝ ਪਰੇਸ਼ਾਨ ਲੱਗ ਰਿਹਾ ਹੈ। ਮੈਂ ਉਸ ਨੂੰ ਕੀ ਦੱਸਦਾ ਕਿ ਮੇਰੀ ਪਤਨੀ ਮੈਨੂੰ ਦੱਸੇ ਬਿਨਾਂ ਘਰੋਂ ਚਲੀ ਜਾਂਦੀ ਹੈ ਤੇ ਮੈਂ ਉਸ ਦੀ ਫਿਕਰ ਵਿੱਚ ਘੁੰਮਦਾ ਰਹਿੰਦਾ ਹਾਂ। ਮੈਂ ਗੱਲ ਟਾਲ ਦਿੱਤੀ ਤੇ ਕਿਹਾ, ਬਸ ਪਿਤਾ ਜੀ ਕਰਕੇ ਉਦਾਸ ਰਹਿੰਦਾ ਹਾਂ। ਉਹਨਾਂ ਦਾ ਬਲੱਡ ਪ੍ਰੈਸ਼ਰ ਨਾਰਮਲ ਨਹੀਂ ਹੈ। ਤੁਹਾਨੂੰ ਕੀ ਲੱਗਦਾ ਹੈ ਸ਼ਾਮ ਚਾਚਾ ਪਰਹੇਜ਼ ਕਰਦੇ ਹਨ ਜਾਂ ਨਹੀਂ? ਮੈਂ ਕਿਹਾ, ਮੈਂ ਆਪਣੇ ਛੋਟੇ ਭਰਾ ਨੂੰ ਫੋਨ ਕਰਕੇ ਪੁੱਛਿਆ ਸੀ ਤਾਂ ਉਸ ਨੇ ਦੱਸਿਆ ਕਿ ਉਹ ਹਰ ਸਮੇਂ ਪਿਤਾ ਜੀ ਨਾਲ ਹੀ ਰਹਿੰਦਾ ਹੈ।
ਅਤੇ ਉਸ ਨੂੰ ਮਾੜੇ ਕੰਮਾਂ ਤੋਂ ਰੋਕਦਾ ਹੈ। ਪਿਤਾ ਦੀਆਂ ਦਵਾਈਆਂ ਵੀ ਬਦਲ ਦਿੱਤੀਆਂ ਗਈਆਂ ਹਨ, ਪਰ ਉਹ ਠੀਕ ਨਹੀਂ ਹਨ। ਸ਼ਾਮ ਨੇ ਕਿਹਾ, ਇਹ ਬੜੀ ਮੁਸੀਬਤ ਵਾਲੀ ਗੱਲ ਹੈ। ਮੈਂ ਰੱਬ ਅੱਗੇ ਅਰਦਾਸ ਕਰਾਂਗਾ, ਰੱਬ ਸਭ ਦਾ ਭਲਾ ਕਰੇ। ਤੁਸੀਂ ਮੇਰੇ ਨਾਲ ਆਓ, ਅਸੀਂ ਬਾਜ਼ਾਰ ਜਾਂਦੇ ਹਾਂ। ਮੇਰੀ ਪਤਨੀ ਦੀ ਵਰ੍ਹੇਗੰਢ ਹੈ। ਮੈਂ ਉਸ ਦੇ ਲਈ ਇੱਕ ਤੋਹਫਾ ਖਰੀਦਣਾ ਚਾਹੁੰਦਾ ਹਾਂ ਅਤੇ ਫਿਰ ਤੁਹਾਡਾ ਮੂਡ ਵੀ ਠੀਕ ਹੋ ਜਾਵੇਗਾ। ਮੈਂ ਨਾ ਵਿੱਚ ਸਿਰ ਹਿਲਾ ਦਿੱਤਾ ਅਤੇ ਕਿਹਾ, ਨਹੀਂ ਯਾਰ, ਮੈਂ ਨਹੀਂ ਜਾ ਸਕਦਾ। ਪਰ ਉਹ ਸ਼ਾਮ ਕਿੱਥੇ ਮੇਰੀ ਗੱਲ ਮੰਨਣ ਵਾਲਾ ਸੀ। ਉਹ ਮੈਨੂੰ ਦੋਸਤੀ ਦੀਆਂ ਸੌਹਾਂ ਦੇਣ ਲੱਗ ਪਿਆ। ਮੈਂ ਅੱਕ ਕੇ ਕਿਹਾ ਕਿ ਯਾਰ, ਤੂੰ ਛੋਟੇ ਬੱਚਿਆਂ ਵਾਂਗ ਜਿੱਦ ਕਰਨ ਲੱਗ ਜਾਣਾ। ਕਈ ਵਾਰ ਦੂਜਿਆਂ ਦੀ ਬੇਵਸੀ ਨੂੰ ਵੀ ਸਮਝਣਾ ਚਾਹੀਦਾ ਹੈ। ਸ਼ਾਮ ਨੇ ਕਿਹਾ, ਕਿਉਂ ਨਾ ਦੁਨੀਆ ਇੱਧਰ ਦੀ ਉੱਧਰ ਹੋ ਜਾਵੇ, ਮੈਂ ਤੈਨੂੰ ਆਪਣੇ ਨਾਲ ਲੈ ਕੇ ਹੀ ਜਾਵਾਂਗਾ, ਕਿਉਂਕਿ ਮੈਨੂੰ ਨਹੀਂ ਪਤਾ ਕਿ ਤੋਹਫਾ ਕਿਵੇਂ ਖਰੀਦਣਾ ਹੈ। ਮੈਂ ਆਪਣੇ ਦੁਖੀ ਦਿਲ ਨਾਲ ਉਸ ਦੇ ਨਾਲ ਤੁਰਿਆ। ਪਰ ਸੱਚ ਦੱਸਾਂ, ਅੱਜ ਮੈਨੂੰ ਉਸ 'ਤੇ ਬਹੁਤ ਗੁੱਸਾ ਆ ਰਿਹਾ ਸੀ, ਪਰ ਉਹ ਕਿਰਲੀ ਵਾਂਗ ਮੇਰੇ ਨਾਲ ਹੀ ਚਿੰਬੜੀ ਗਿਆ ਸੀ। ਮੈਂ ਉਸ ਦਿਨ ਨੂੰ ਕੋਸ ਰਿਹਾ ਸੀ ਜਦੋਂ ਮੈਂ ਸ਼ਾਮ ਨਾਲ ਦੋਸਤੀ ਕੀਤੀ ਸੀ। ਉਹ ਬਹੁਤ ਘਟੀਆ ਇਨਸਾਨ ਸੀ। ਉਹ ਦੂਜਿਆਂ ਦੀਆਂ ਮੁਸ਼ਕਲਾਂ ਦੀ ਪਰਵਾਹ ਨਹੀਂ ਕਰਦਾ ਸੀ। ਉਹ ਸਿਰਫ ਚਾਹੁੰਦਾ ਸੀ ਕਿ ਉਸ ਦੀ ਗੱਲ ਸੁਣੀ ਜਾਵੇ। ਮੈਂ ਆਪਣੇ ਘਰ ਤੋਂ ਬਹੁਤ ਪਰੇਸ਼ਾਨ ਸੀ ਅਤੇ ਉਸ ਨੇ ਮੇਰਾ ਨੱਕ ਵਿੱਚ ਦਮ ਕਰ ਦਿੱਤਾ ਸੀ। ਦਫ਼ਤਰ ਵਿੱਚ ਉਸ ਦੇ ਹੋਰ ਵੀ ਕਈ ਦੋਸਤ ਸਨ। ਉਹ ਉਹਨਾਂ ਨੂੰ ਵੀ ਆਪਣੇ ਨਾਲ ਲੈ ਜਾ ਸਕਦਾ ਸੀ। ਪਤਾ ਨਹੀਂ ਕਿਉਂ ਉਹ ਮੈਨੂੰ ਹਰ ਥਾਂ ਆਪਣੇ ਨਾਲ ਲੈ ਜਾਂਦਾ ਸੀ। ਅੱਜ ਅਸੀਂ ਬਾਜ਼ਾਰ ਗਏ। ਉਸ ਨੇ ਮੈਨੂੰ ਕਿਹਾ ਕਿ ਮੈਂ ਆਪਣੀ ਪਤਨੀ ਨੂੰ ਝਾਂਜਰ ਦੇਣਾ ਚਾਹੁੰਦਾ ਹਾਂ, ਇਸ ਲਈ ਮੇਰੀ ਮਦਦ ਕਰੋ। ਮੈਨੂੰ ਕਿਸ ਕਿਸਮ ਦੀ ਡਿਜ਼ਾਈਨ ਲੈਣਾ ਚਾਹੀਦਾ ਹੈ। ਮੈਂ ਵੀ ਜਲਦੀ ਘਰ ਜਾਣਾ ਚਾਹੁੰਦਾ ਸੀ, ਇਸ ਲਈ ਮੈਂ ਉਸ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਫਿਰ ਮੇਰੀ ਨਜ਼ਰ ਇੱਕ ਬਹੁਤ ਹੀ ਸੁੰਦਰ ਝਾਂਜਰ ਉੱਤੇ ਪਈ। ਉਸ ਨੂੰ ਦੇਖ ਕੇ ਮੇਰਾ ਮਨ ਖੁਸ਼ ਹੋ ਗਿਆ। ਮੈਂ ਕਿਹਾ, ਇਹ ਲੈ ਲਓ, ਭਾਬੀ ਨੂੰ ਪਸੰਦ ਆਵੇਗੀ। ਸ਼ਾਮ ਨੇ ਮੇਰੀ ਪਸੰਦ ਦੀ ਝਾਂਜਰ ਖਰੀਦੀ ਅਤੇ ਫਿਰ ਅਸੀਂ ਘਰ ਆ ਗਏ। ਅੱਜ ਪੂਨਮ ਘਰ ਹੀ ਸੀ। ਉਹ ਮੈਨੂੰ ਦੇਖ ਕੇ ਬਹੁਤ ਖੁਸ਼ ਹੋਈ। ਜਦੋਂ ਕਿ ਮੈਂ ਇੰਨੇ ਦਿਨ ਇੰਨਾ ਪਰੇਸ਼ਾਨ ਹੋ ਰਿਹਾ ਸੀ ਕਿ ਮੈਂ ਖੁਸ਼ ਹੋਣਾ ਭੁੱਲ ਗਿਆ ਸੀ ਅਤੇ ਉਹ ਆ ਕੇ ਮੇਰੇ ਕੋਲ ਬੈਠ ਗਈ ਅਤੇ ਕੁਝ ਦੇਰ ਗੱਲਾਂ ਕਰਨ ਲੱਗੀ। ਉਹ ਘਰ ਦੀ ਗੱਲ ਕਰਦੀ ਰਹੀ। ਮੈਂ ਉਸ ਨੂੰ ਜਵਾਬ ਦਿੰਦਾ ਰਿਹਾ। ਫਿਰ ਉਸ ਨੇ ਕਿਹਾ, ਸ਼ਾਮ ਨਾਲ ਤੁਹਾਡੀ ਦੋਸਤੀ ਕਿਵੇਂ ਹੋਈ ਸੀ? ਉਸ ਦੇ ਸਵਾਲ ਤੇ ਮੈਂ ਹੈਰਾਨ ਹੋ ਗਿਆ। ਮੈਨੂੰ ਅੰਦਾਜ਼ਾ ਹੋਇਆ ਕਿ ਜਦੋਂ ਤੋਂ ਪੂਨਮ ਅਤੇ ਮੇਰਾ ਵਿਆਹ ਹੋਇਆ ਹੈ, ਉਹ ਕਿਸੇ ਨਾ ਕਿਸੇ ਗੱਲ ਵਿੱਚ ਸ਼ਾਮ ਨੂੰ ਲਿਆਉਂਦੀ ਰਹਿੰਦੀ ਸੀ ਅਤੇ ਮੈਨੂੰ ਉਸ ਬਾਰੇ ਪੁੱਛਦੀ ਰਹਿੰਦੀ ਸੀ। ਪਤਾ ਨਹੀਂ ਉਹ ਸ਼ਾਮ ਵਿੱਚ ਇੰਨੀ ਦਿਲਚਸਪੀ ਕਿਉਂ ਲੈਂਦੀ ਸੀ। ਮੈਂ ਕਿਹਾ, ਮੇਰੇ ਵਿਆਹ ਤੋਂ ਬਾਅਦ ਹੀ ਉਸ ਨਾਲ ਮੇਰੀ ਦੋਸਤੀ ਹੋਈ ਸੀ। ਇਸ ਤੋਂ ਪਹਿਲਾਂ ਦਫ਼ਤਰ ਵਿੱਚ ਕਈ ਮੁੰਡੇ ਉਸ ਦੇ ਦੋਸਤ ਹਨ, ਪਰ ਮੇਰੇ ਨਾਲ ਦੋਸਤੀ ਕਰਕੇ ਉਸ ਨੇ ਸਾਰਿਆਂ ਨੂੰ ਛੱਡ ਦਿੱਤਾ ਹੈ। ਹੁਣ ਉਹ ਹਰ ਵੇਲੇ ਮੇਰੇ ਨਾਲ ਗੱਲਾਂ ਕਰਦਾ ਹੈ। ਉਹ ਮੈਨੂੰ ਹਰ ਥਾਂ ਤੇ ਲੈ ਜਾਂਦਾ ਹੈ। ਉਹ ਮੈਨੂੰ ਆਪਣੇ ਘਰ ਵੀ ਲੈ ਜਾਂਦਾ ਹੈ। ਮੈਂ ਇਨਕਾਰ ਕਰਦਾ ਹਾਂ ਕਿਉਂਕਿ ਉਸ ਦੀ ਪਤਨੀ ਮੇਰੇ ਤੋਂ ਲੁਕ-ਲੁਕ ਕੇ ਰਹਿੰਦੀ ਹੈ। ਮੈਨੂੰ ਹਰ ਰੋਜ਼ ਉਸ ਦੇ ਘਰ ਜਾਣਾ ਪਸੰਦ ਨਹੀਂ ਹੈ। ਪਰ ਸ਼ਾਮ ਮੇਰੀ ਗੱਲ ਨਹੀਂ ਸਮਝਦਾ। ਉਹ ਹਰ ਗੱਲ ਵਿੱਚ ਮੇਰੇ ਉੱਤੇ ਜ਼ੋਰ ਪਾਉਂਦਾ ਹੈ। ਮੈਂ ਹੁਣ ਅੱਕ ਗਿਆ ਹਾਂ। ਪੂਨਮ ਕਹਿਣ ਲੱਗੀ, ਕਿਸੇ ਦੇ ਪਿਆਰ ਤੋਂ ਅੱਕਣਾ ਨਹੀਂ ਚਾਹੀਦਾ। ਖੁਸ਼ਕਿਸਮਤ ਹੁੰਦੇ ਹਨ ਉਹ ਜਿਨ੍ਹਾਂ ਨੂੰ ਸੱਚੇ ਦੋਸਤ ਮਿਲਦੇ ਹਨ। ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ। ਅੱਜ ਪੂਨਮ ਨੂੰ ਮੈਂ ਸ਼ਾਮ ਬਾਰੇ ਸਾਰੀ ਗੱਲ ਦੱਸੀ। ਪੂਨਮ ਨੇ ਮੇਰਾ ਹੱਥ ਫੜ ਕੇ ਕਿਹਾ, ਰਾਮ, ਜੇ ਤੁਹਾਨੂੰ ਕਦੇ ਪਤਾ ਲੱਗੇ ਕਿ ਤੁਹਾਡੇ ਦੋਸਤ ਸ਼ਾਮ ਨੇ ਤੁਹਾਨੂੰ ਧੋਖਾ ਦਿੱਤਾ ਤਾਂ ਤੁਸੀਂ ਕੀ ਕਰੋਗੇ? ਪੂਨਮ ਨੇ ਇਸ ਸਵਾਲ ਤੇ ਮੇਰੇ ਕੰਨ ਖੜੇ ਕਰ ਦਿੱਤੇ। ਮੈਂ ਕਿਹਾ, ਕਿਹੋ ਜਿਹਾ ਧੋਖਾ? ਕਾਰੋਬਾਰ ਜਾਂ ਜ਼ਿੰਦਗੀ ਦਾ? ਪੂਨਮ ਨੇ ਕਿਹਾ, ਜ਼ਿੰਦਗੀ ਵਿੱਚ ਮੇਰਾ ਮਤਲਬ ਹੈ ਕਿ ਜੇ ਤੁਹਾਡਾ ਦੋਸਤ ਤੁਹਾਡੇ ਹੱਕਾਂ ਤੇ ਡਾਕਾ ਮਾਰ ਲਵੇ, ਜਿਸ ਨੂੰ ਤੁਸੀਂ ਬਹੁਤ ਦਿਲੋਂ ਚਾਹੁੰਦੇ ਹੋ, ਤਾਂ ਤੁਸੀਂ ਕੀ ਕਰੋਗੇ? ਪੂਨਮ ਦੇ ਇਹਨਾਂ ਸਵਾਲਾਂ ਨੂੰ ਲੈ ਕੇ ਮੈਂ ਬਹੁਤ ਬੇਚੈਨ ਹੋ ਗਿਆ। ਪੂਨਮ ਅਤੇ ਸ਼ਾਮ ਦੀਆਂ ਬਹੁਤ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਰਲਦੀਆਂ ਜਾ ਰਹੀਆਂ ਸਨ ਅਤੇ ਹੁਣ ਉਸ ਦਾ ਇਹ ਸਵਾਲ। ਮੈਂ ਕਿਹਾ, ਪੂਨਮ, ਜੋ ਚੀਜ਼ ਮੇਰੀ ਹੈ ਉਹ ਕਦੇ ਮੈਨੂੰ ਛੱਡ ਕੇ ਸ਼ਾਮ ਕੋਲ ਨਹੀਂ ਜਾਵੇਗੀ। ਪੂਨਮ ਨੇ ਫਿਰ ਕਿਹਾ, ਜੇਕਰ ਕਦੇ ਅਜਿਹਾ ਹੋ ਗਿਆ ਤਾਂ ਸ਼ਾਮ ਨਾਲ ਤੁਸੀਂ ਕੀ ਕਰੋਗੇ? ਕੀ ਤੁਸੀਂ ਉਸ ਨਾਲ ਦੋਸਤੀ ਖਤਮ ਕਰੋਗੇ ਜਾਂ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੋਗੇ? ਮੈਂ ਬੇਚੈਨ ਹੋ ਕੇ ਗੱਲ ਬਦਲਦਿਆਂ ਕਿਹਾ, ਤੁਸੀਂ ਕੀ ਗੱਲ ਲੈ ਕੇ ਬੈਠ ਗਏ ਹੋ? ਉੱਠੋ, ਮੇਰੇ ਲਈ ਚਾਹ ਬਣਾ ਕੇ ਲੈ ਕੇ ਆਓ। ਪੂਨਮ ਬਿਨਾਂ ਕੁਝ ਕਹੇ ਰਸੋਈ ਵਿੱਚ ਚਲੀ ਗਈ। ਮੈਂ ਆਪਣੇ ਆਪ ਵਿੱਚ ਸੋਚਦਾ ਰਿਹਾ। ਹੁਣ ਮੈਂ ਚਾਹੁੰਦਾ ਸੀ ਕਿ ਮੇਰੇ ਸਾਹਮਣੇ ਸਭ ਕੁਝ ਖੁੱਲ੍ਹ ਜਾਵੇ। ਹੁਣ ਮੈਂ ਸੋਚਿਆ ਸੀ ਕਿ ਮੈਂ ਇਸ ਰਾਜ ਨੂੰ ਜਾਣਨ ਲਈ ਸਾਰੀਆਂ ਹੱਦਾਂ ਪਾਰ ਕਰਾਂਗਾ। ਇਸ ਦੇ ਲਈ ਭਾਵੇਂ ਮੈਨੂੰ ਪੂਨਮ ਤੇ ਸਖਤੀ ਕਿਉਂ ਨਾ ਕਰਨੀ ਪਵੇ, ਪਰ ਮੈਂ ਪਿੱਛੇ ਨਹੀਂ ਹਟਾਂਗਾ
ਅਗਲੇ ਦਿਨ ਜਦੋਂ ਮੈਂ ਦਫ਼ਤਰ ਤੋਂ ਘਰ ਪਰਤਿਆ ਤਾਂ ਇਹ ਦੇਖ ਕੇ ਮੈਂ ਹੈਰਾਨ ਰਹਿ ਗਿਆ ਕਿ ਪੂਨਮ ਨੇ ਉਹੀ ਝਾਂਜਰ ਪਾਈ ਹੋਈ ਸੀ ਜੋ ਸ਼ਾਮ ਮੇਰੇ ਨਾਲ ਜਾ ਕੇ ਆਪਣੀ ਪਤਨੀ ਲਈ ਗਿਫਟ ਲੈ ਕੇ ਆਇਆ ਸੀ। ਮੈਂ ਉਸ ਨੂੰ ਦੇਖ ਕੇ ਦੰਗ ਰਹਿ ਗਿਆ। ਹੁਣ ਮੈਨੂੰ ਪਤਾ ਲੱਗ ਗਿਆ ਸੀ ਕਿ ਸ਼ਾਮ ਅਤੇ ਉਹਨਾਂ ਦੋਹਾਂ ਦਾ ਕੋਈ ਨਾ ਕੋਈ ਰਿਸ਼ਤਾ ਜ਼ਰੂਰ ਹੈ। ਮੈਂ ਕਿਹਾ, ਪੂਨਮ, ਤੈਨੂੰ ਇੰਨੀ ਸੋਹਣੀ ਝਾਂਜਰ ਕਿੱਥੋਂ ਮਿਲ ਗਈ? ਇਹ ਤੁਹਾਡੇ ਤੇ ਬਹੁਤ ਵਧੀਆ ਲੱਗ ਰਹੀ ਹੈ। ਪੂਨਮ ਨੇ ਮੁਸਕਰਾਉਂਦੇ ਹੋਏ ਕਿਹਾ, ਰਾਮ, ਤੁਸੀਂ ਜਦੋਂ ਦਫ਼ਤਰ ਜਾਂਦੇ ਹੋ ਤਾਂ ਮੈਂ ਆਪਣੇ ਦੋਸਤ ਦੇ ਘਰ ਚਲੀ ਜਾਂਦੀ ਹਾਂ। ਉਹੀ ਦੋਸਤ ਨੇ ਮੈਨੂੰ ਇਹ ਝਾਂਜਰ ਦਿੱਤੀ ਹੈ। ਮੈਂ ਸਿਰ ਹਿਲਾਇਆ। ਹੁਣ ਮੈਂ ਸਮਝ ਗਿਆ। ਇਸੇ ਲਈ ਮੈਂ ਅਗਲੇ ਦਿਨ ਦਫ਼ਤਰ ਗਿਆ ਅਤੇ ਸ਼ਾਮ ਨੂੰ ਕਿਹਾ ਕਿ ਅੱਜ ਮੈਂ ਤੁਹਾਡੇ ਘਰ ਰਾਤ ਦਾ ਖਾਣਾ ਖਾਣ ਲਈ ਆਵਾਂਗਾ। ਆਪਣੀ ਪਤਨੀ ਨੂੰ ਕਹੋ ਕੋਈ ਚੰਗੀ ਚੀਜ਼ ਬਣਾ ਕੇ ਰੱਖੇ। ਸ਼ਾਮ ਬਹੁਤ ਖੁਸ਼ ਹੋਇਆ ਤੇ ਤੁਰੰਤ ਉਸਨੇ ਦੂਰ ਜਾ ਕੇ ਆਪਣੀ ਪਤਨੀ ਨੂੰ ਫੋਨ ਤੇ ਦੱਸਿਆ ਕਿ ਸ਼ਾਮ ਨੂੰ ਰਾਮ ਘਰ ਆ ਰਿਹਾ ਹੈ। ਪਰ ਸ਼ਾਮ ਨੂੰ ਮੈਂ ਦਫ਼ਤਰ ਤੋਂ ਚੋਰੀ ਛਿਪੇ ਨਿਕਲ ਕੇ ਸ਼ਾਮ ਦੇ ਘਰ ਚਲਾ ਗਿਆ। ਅਚਾਨਕ ਮੈਂ ਦਰਵਾਜ਼ਾ ਖੋਲ੍ਹਿਆ। ਸਾਹਮਣੇ ਦਾ ਨਜ਼ਾਰਾ ਦੇਖ ਕੇ ਮੇਰੇ ਤੇ ਅਸਮਾਨ ਹੀ ਡਿੱਗ ਪਿਆ, ਕਿਉਂਕਿ ਉੱਥੇ ਮੇਰੀ ਪਤਨੀ ਪੂਨਮ ਬੈਠੀ ਸੀ। ਪੂਨਮ ਨੇ ਮੇਰੇ ਵੱਲ ਦੇਖਿਆ। ਉਹ ਕੰਬਣ ਲੱਗੀ। ਮੈਂ ਅੱਗੇ ਵੱਧ ਕੇ ਬੋਲਿਆ, ਪੂਨਮ, ਇਹ ਸਭ ਕੀ ਹੈ? ਤੂੰ ਮੈਨੂੰ ਬਹੁਤ ਧੋਖਾ ਦਿੱਤਾ। ਪੂਨਮ ਰੋਣ ਲੱਗ ਪਈ ਅਤੇ ਮੇਰੇ ਪੈਰੀ ਪੈ ਗਈ ਅਤੇ ਕਿਹਾ, ਰਾਮ, ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਧੋਖਾ ਨਹੀਂ ਦਿੱਤਾ। ਉਹ ਕਹਿਣ ਲੱਗੀ, ਤੁਸੀਂ ਜਾਣਦੇ ਹੋ ਕਿ ਤੁਹਾਡੇ ਚਾਚਾ ਦੇ ਘਰ ਜੁੜਵਾ ਧੀਆਂ ਨੇ ਜਨਮ ਲਿਆ ਸੀ। ਦੋਵੇਂ ਇੱਕੋ ਕਿਸਮ ਦੀਆਂ ਅਤੇ ਇੱਕੋ ਰੰਗ ਦੀਆਂ ਸਨ। ਤੁਹਾਡੀ ਮੰਗਣੀ ਨੀਲਮ ਨਾਲ ਹੋਈ ਸੀ। ਉਹ ਵੀ ਤੁਹਾਨੂੰ ਪਿਆਰ ਕਰਦੀ ਸੀ, ਪਰ ਜਦੋਂ ਵਿਆਹ ਦੀ ਤਰੀਕ ਤੈਅ ਹੋਈ ਤਾਂ ਉਹ ਕੁਝ ਬੇਚੈਨ ਹੋ ਗਈ। ਮੈਨੂੰ ਸ਼ੱਕ ਸੀ ਕਿ ਕੁਝ ਜ਼ਰੂਰ ਗਲਤ ਸੀ। ਮੈਂ ਉਸ ਨਾਲ ਗੱਲ ਕੀਤੀ ਅਤੇ ਉਸ ਨੂੰ ਪੁੱਛਿਆ, ਪਰ ਉਸਨੇ ਮੈਨੂੰ ਅੰਦਰਲੀ ਗੱਲ ਨਹੀਂ ਦੱਸੀ ਅਤੇ ਨੀਲਮ ਵਿਆਹ ਵਾਲੇ ਦਿਨ ਘਰੋਂ ਭੱਜ ਗਈ। ਉਸਨੇ ਇੱਕ ਚਿੱਠੀ ਲਿਖੀ ਜਿਸ ਵਿੱਚ ਉਸਨੇ ਦੱਸਿਆ ਕਿ ਉਸਨੂੰ ਕੋਈ ਹੋਰ ਲੜਕਾ ਪਸੰਦ ਹੈ ਅਤੇ ਉਸ ਨਾਲ ਹੀ ਵਿਆਹ ਕਰੇਗੀ। ਇਹ ਸਭ ਪੜ੍ਹ ਕੇ ਮੇਰੇ ਪਰਿਵਾਰ ਵਾਲਿਆਂ ਤੇ ਮੁਸੀਬਤ ਆ ਗਈ। ਪਿਤਾ ਜੀ ਨੇ ਮੇਰੇ ਸਾਹਮਣੇ ਹੱਥ ਜੋੜ ਕੇ ਕਿਹਾ, ਪੂਨਮ, ਤੂੰ ਮੇਰੀ ਇੱਜ਼ਤ ਬਚਾ ਲੈ। ਨੀਲਮ ਦੀ ਥਾਂ ਤੂੰ ਵਹੁਟੀ ਬਣ ਜਾ। ਤੇ ਮੈਨੂੰ ਉਹਨਾਂ ਦੀ ਗੱਲ ਮੰਨਣੀ ਪਈ। ਮੈਂ ਤੁਹਾਡੇ ਨਾਲ ਦੁਲਹਨ ਬਣ ਕੇ ਇੱਥੇ ਆ ਗਈ। ਪਿੱਛੇ ਤੋਂ ਪਰਿਵਾਰ ਨੇ ਡਰਾਮਾ ਰਚਿਆ ਕਿ ਨੀਲਮ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮੈਂ ਬੇਕਸੂਰ ਹਾਂ। ਮੇਰੇ ਪਰਿਵਾਰ ਵਾਲਿਆਂ ਨੇ ਮੈਨੂੰ ਜਿਉਂਦੇ ਹੀ ਮਾਰ ਦਿੱਤਾ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਮੈਂ ਤੁਹਾਡੇ ਨਾਲ ਪੂਨਮ ਬਣ ਕੇ ਰਹਿ ਰਹੀ। ਇੱਕ ਦਿਨ ਸ਼ਾਮ ਨੂੰ ਤੁਸੀਂ ਦਾਵਤ ਲਈ ਘਰ ਲੈ ਆਏ। ਮੈਂ ਸ਼ਾਮ ਨੂੰ ਨਹੀਂ ਜਾਣਦੀ ਸੀ, ਪਰ ਉਸ ਨੇ ਨੀਲਮ ਵਰਗਾ ਹੋ ਕਰਕੇ ਮੈਨੂੰ ਪਛਾਣ ਲਿਆ। ਜਦੋਂ ਉਸਨੇ ਘਰ ਜਾ ਕੇ ਨੀਲਮ ਨਾਲ ਮੇਰਾ ਜ਼ਿਕਰ ਕੀਤਾ ਤਾਂ ਨੀਲਮ ਨੇ ਮੈਨੂੰ ਫੋਨ ਕੀਤਾ ਅਤੇ ਅਸੀਂ ਆਪਸ ਵਿੱਚ ਗੱਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਸ਼ਾਮ ਤੁਹਾਨੂੰ ਜ਼ਬਰਦਸਤੀ ਘਰ ਇਸ ਲਈ ਲੈ ਆਉਂਦਾ ਸੀ ਕਿਉਂਕਿ ਇਸ ਤਰ੍ਹਾਂ ਮੈਂ ਅਤੇ ਮੇਰੀ ਭੈਣ ਇਕੱਠੇ ਸਮਾਂ ਬਿਤਾ ਲੈਂਦੇ ਸੀ। ਤੁਸੀਂ ਅਤੇ ਸ਼ਾਮ ਬਾਹਰ ਬੈਠ ਜਾਂਦੇ ਸੀ। ਮੈਂ ਅਤੇ ਨੀਲਮ ਉਸ ਦੇ ਕਮਰੇ ਵਿੱਚ ਬੈਠ ਕੇ ਗੱਲਾਂ ਕਰ ਲੈਂਦੀਆਂ ਸੀ। ਤੁਹਾਡੇ ਘਰ ਜਾਣ ਤੋਂ ਪਹਿਲਾਂ ਮੈਂ ਪਿਛਲੇ ਦਰਵਾਜ਼ੇ ਤੋਂ ਬਾਹਰ ਨਿਕਲ ਕੇ ਤੁਹਾਡੇ ਤੋਂ ਪਹਿਲਾਂ ਘਰ ਪਹੁੰਚ ਜਾਂਦੀ ਸੀ। ਮੈਂ ਤੁਹਾਡੇ ਦਫ਼ਤਰ ਦੇ ਸਮੇਂ ਦੌਰਾਨ ਕਦੇ ਵੀ ਘਰੋਂ ਤੋਂ ਬਾਹਰ ਨਹੀਂ ਜਾਂਦੀ ਸੀ ਕਿਉਂਕਿ ਤੁਸੀਂ ਅਚਾਨਕ ਘਰ ਵੀ ਆ ਸਕਦੇ ਸੀ। ਕੀ ਤੁਸੀਂ ਜਾਣਦੇ ਹੋ, ਜੇ ਤੁਸੀਂ ਮੈਨੂੰ ਪੁੱਛਦੇ ਕਿ ਤੁਸੀਂ ਕਿੱਥੇ ਗਏ ਸੀ ਤਾਂ ਮੈਂ ਤੁਹਾਨੂੰ ਕੀ ਜਵਾਬ ਦਿੰਦੀ? ਜਿਸ ਦਿਨ ਤੁਸੀਂ ਨੀਲਮ ਦੇ ਘਰ ਜਾਣਾ ਹੁੰਦਾ ਸੀ ਤਾਂ ਸ਼ਾਮ ਮੈਨੂੰ ਕਾਲ ਕਰਕੇ ਪਹਿਲਾਂ ਹੀ ਬੁਲਾ ਲੈਂਦਾ ਸੀ। ਇਸ ਤਰ੍ਹਾਂ ਤੁਹਾਨੂੰ ਕਦੇ ਵੀ ਪਤਾ ਨਹੀਂ ਲੱਗਦਾ ਸੀ। ਇੰਨੇ ਚਿਰ ਵਿੱਚ ਨੀਲਮ ਵੀ ਰਸੋਈ ਤੋਂ ਬਾਹਰ ਆ ਗਈ। ਉਹ ਮੇਰੇ ਸਾਹਮਣੇ ਹੱਥ ਜੋੜ ਕੇ ਰੋਣ ਲੱਗ ਪਈ। ਉਸਨੇ ਕਿਹਾ, ਮੈਨੂੰ ਮਾਫ਼ ਕਰ ਦਿਓ। ਮੈਂ ਸ਼ਾਮ ਨੂੰ ਪਿਆਰ ਕਰਨ ਲੱਗ ਪਈ ਸੀ। ਕਿਸੇ ਹੋਰ ਨੂੰ ਪਿਆਰ ਕਰਕੇ ਤੁਹਾਡੇ ਨਾਲ ਰਹਿਣਾ ਬਹੁਤ ਗਲਤ ਹੁੰਦਾ। ਇਸੇ ਲਈ ਮੈਂ ਘਰੋਂ ਭੱਜ ਗਈ। ਤੁਹਾਨੂੰ ਇੱਕ ਚੰਗੀ ਪਤਨੀ ਮਿਲੀ ਹੈ। ਕਿਰਪਾ ਕਰਕੇ ਦੀਦੀ ਨੂੰ ਮੇਰੇ ਕੀਤੇ ਦੀ ਸਜ਼ਾ ਨਾ ਦਿਓ। ਮੈਂ ਪੂਨਮ ਦਾ ਹੱਥ ਫੜ ਕੇ ਉਸ ਨੂੰ ਆਪਣੇ ਨਾਲ ਘਰ ਲੈ ਆਇਆ। ਮੈਂ ਪੂਨਮ ਦੀ ਨੀਲਮ ਨਾਲ ਗੱਲ ਕਰਨੀ ਬੰਦ ਕਰ ਦਿੱਤੀ, ਜਦਕਿ ਪੂਨਮ ਹਰ ਰੋਜ਼ ਮੈਨੂੰ ਮਨਾਉਣ ਦੀ ਕੋਸ਼ਿਸ਼ ਕਰਦੀ ਸੀ ਅਤੇ ਚਾਹੁੰਦੀ ਸੀ ਕਿ ਮੈਂ ਸ਼ਾਮ ਅਤੇ ਨੀਲਮ ਨੂੰ ਮਾਫ਼ ਕਰ ਦੇਵਾਂ। ਪਰ ਦੋਸਤੋ, ਤੁਸੀਂ ਮੈਨੂੰ ਦੱਸੋ ਕਿ ਮੈਂ ਸ਼ਾਮ ਤੇ ਨੀਲਮ ਨੂੰ ਮਾਫ਼ ਕਰ ਦੇਵਾਂ ਜਾਂ ਇਹ ਰਿਸ਼ਤਾ ਖਤਮ ਕਰ ਦੇਵਾਂ? ਇਸ ਕਹਾਣੀ ਬਾਰੇ ਤੁਹਾਡੀ ਕੀ ਰਾਏ ਹੈ? ਟਿੱਪਣੀ ਕਰਕੇ ਸਾਨੂੰ ਦੱਸੋ। ਜੇ ਕਹਾਣੀ ਚੰਗੀ ਲੱਗੀ ਤਾਂ ਹਰ ਕੋਈ ਵੀਡੀਓ ਨੂੰ ਲਾਈਕ ਜ਼ਰੂਰ ਕਰੇ। ਧੰਨਵਾਦ।